ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਜਾਣ ਵਾਲਿਆਂ ਲਈ ਅਹਿਮ ਖਬਰ। ਨਿਊਜ਼ੀਲੈਂਡ ਵਿੱਚ ਕਰੋਨਾ ਦਾ ਕਹਿਰ ਜਾਰੀ। 에ਅਰਲਾਈਨਸ ਕਰਮੀ ਹੜਤਾਲ ਤੇ 400 ਉਡਾਨਾਂ ਰੱਦ ਤੇ 68,000 ਯਾਤਰੀ ਪ੍ਰਭਾਵਿਤ। ਅਮਰੀਕਾ ਵਿੱਚ ਖੁਦਕੁਸ਼ੀਆਂ ਰੋਕਣ ਲਈ ਅਗਲੇ ਹਫ਼ਤੇ ਸ਼ੁਰੂ ਹੋ ਜਾਵੇਗਾ ਲਾਈਫਲਾਈਨ ਨੰਬਰ। ਕੋਲੋਰਾਡੋ ਵਿੱਚ ਹੜ੍ਹ ਦੀ ਲਪੇਟ ਵਿੱਚ ਆਏ 2 ਲੋਕਾਂ ਦੀ ਮੌਤ। ਅਮਰੀਕਾ ਦੇ ਟੈਕਸਾਸ ਰਾਜ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ। ਮੈਕਸੀਕੋ ਤੋਂ ਆਇਆ ਟਰੈਕਟਰ ਟਰਾਲਾ ਜ਼ਬਤ। ਇੰਡੀਆਨਾ ਦੇ ਇੱਕ ਸ਼ਾਪਿੰਗ ਮਾਲ ਵਿੱਚ ਗੋਲੀਬਾਰੀ ਨਾਲ 3 ਮੌਤਾਂ ਤੇ 2 ਜ਼ਖਮੀ। ਹੁਣ ਖਬਰਾਂ ਦਾ ਵਿਸਥਾਰ। ਕੈਨੇਡਾ 19 ਜੁਲਾਈ ਤੋਂ ਆਪਣੇ 4 ਪ੍ਰਮੁੱਖ ਹਵਾਈ ਅੱਡਿਆਂ ਟੋਰਾਂਟੋ, ਵੈਨਕੂਵਰ, ਕੈਲਗਰੀ ਅਤੇ ਮੌਂਟਰੀਅਲ ਤੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਅੰਤਰਰਾਸ਼ਟਰੀ ਆਮਦ ਲਈ ਰੈਂਡਮ ਕੋਵਿਡ ਟੈਸਟਿੰਗ ਮੁੜ ਸ਼ੁਰੂ ਕਰੇਗਾ। ਕੈਨੇਡਾ ਨੇ 11 ਜੂਨ 2022 ਨੂੰ ਹਵਾਈ ਮਾਰਗ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲਿਆਂ ਲਈ ਲਾਜ਼ਮੀ ਟੈਸਟਿੰਗ ਬੰਦ ਕਰ ਦਿੱਤੀ ਸੀ ਤਾਂ ਜੋ ਹਵਾਈ ਅੱਡਿਆਂ ਤੋਂ ਬਾਹਰ ਹਵਾਈ ਯਾਤਰੀਆਂ ਲਈ ਸੰਕਰਮਣ ਦੀ ਜਾਂਚ ਕੀਤੀ ਜਾ ਸਕੇ। ਇੱਕ ਬਿਆਨ ਵਿੱਚ ਕੈਨੇਡਾ ਦੇ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਕੈਨੇਡਾ ਵਿੱਚ ਕੋਵਿਡ-19 ਵਾਇਰਸ ਦੇ ਆਯਾਤ ਨੂੰ ਟਰੈਕ ਕਰਨ ਅਤੇ ਚਿੰਤਾ ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਟੈਸਟਿੰਗ ਸਾਡੇ ਨਿਗਰਾਨੀ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਸੀ ਅਤੇ ਬਣੀ ਹੋਈ ਹੈ। ਕੈਨੇਡਾ ਦੇ ਵੈਨਕੂਵਰ, ਕੈਲਗਰੀ, ਮੌਂਟਰੀਅਲ ਅਤੇ ਟੋਰਾਂਟੋ ਦੇ 4 ਪ੍ਰਮੁੱਖ ਹਵਾਈ ਅੱਡਿਆਂ ਤੇ ਹਵਾਈ ਰਾਹੀਂ ਪਹੁੰਚਣ ਵਾਲੇ ਉਹਨਾਂ ਯਾਤਰੀਆਂ ਲਈ 19 ਜੁਲਾਈ 2022 ਨੂੰ ਲਾਜ਼ਮੀ ਟੈਸਟਿੰਗ ਮੁੜ ਸ਼ੁਰੂ ਹੋਵੇਗੀ ਜੋ ਪੂਰੀ ਤਰ੍ਹਾਂ ਟੀਕਾਕਰਨ ਕਰਾ ਚੁੱਕੇ ਹਨ। ਕੈਨੇਡਾ ਵਿੱਚ ਇੱਕ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀ ਵਜੋਂ ਯੋਗਤਾ ਪੂਰੀ ਕਰਨ ਲਈ ਯਾਤਰੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਘੱਟੋ-ਘੱਟ 14 ਕੈਲੰਡਰ ਦਿਨ ਪਹਿਲਾਂ ਯਾਤਰਾ ਦੇ ਉਦੇਸ਼ ਲਈ ਕੈਨੇਡਾ ਸਰਕਾਰ ਦੁਆਰਾ ਸਵੀਕਾਰ ਕੀਤੇ ਗਏ ਕੋਵਿਡ-19 ਟੀਕਿਆਂ ਦੀ ਇੱਕ ਪ੍ਰਾਇਮਰੀ ਲੜੀ ਨਾਲ ਟੀਕਾਕਰਨ ਕਰਵਾਇਆ ਹੋਣਾ ਚਾਹੀਦਾ ਹੈ। ਇਹ ਹਵਾਈ ਯਾਤਰੀਆਂ ਲਈ ਸਾਰੇ ਟੈਸਟ ਜੋੜਦਾ ਹੈ, ਦੋਵਾਂ ਲਈ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ ਅਤੇ ਜਿਹੜੇ ਅੰਸ਼ਕ ਤੌਰ ਤੇ ਜਾਂ ਟੀਕਾਕਰਨ ਤੋਂ ਬਿਨਾਂ ਹਨ ਨੂੰ ਹਵਾਈ ਅੱਡਿਆਂ ਦੇ ਬਾਹਰ ਪੂਰਾ ਕੀਤਾ ਜਾਵੇਗਾ। ਜਾਂ ਤਾਂ ਚੋਣ ਪ੍ਰਦਾਤਾ ਸਥਾਨਾਂ ਅਤੇ ਫਾਰਮੇਸੀਆਂ ਤੇ ਵਿਅਕਤੀਗਤ ਤੌਰ ਤੇ ਤਾਂ ਜਾਂ ਸਵੈ ਸਵਾਬ ਟੈਸਟ ਦੁਆਰਾ ਜਾਂ ਮੁਲਾਕਾਤ ਦੁਆਰਾ ਜਾਂ ਵਰਚੁਅਲ ਮੁਲਾਕਾਤ ਦੁਆਰਾ। ਜਿਹੜੇ ਯਾਤਰੀਆਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਹੈ, ਜਦੋਂ ਤੱਕ ਛੋਟ ਨਹੀਂ ਦਿੱਤੀ ਜਾਂਦੀ ਉਹਨਾਂ ਦੀ ਲਾਜ਼ਮੀ 14 ਦਿਨ ਕੁਆਰੰਟਾਈਨ ਦੇ ਦਿਨ 1 ਅਤੇ 8 ਤੇ ਜਾਂਚ ਕੀਤੀ ਜਾਵੇਗੀ। ਹਵਾਈ ਅੱਡਿਆਂ ਦੇ ਬਾਹਰ ਟੈਸਟ ਕਰਨਾ ਹਵਾਈ ਮਾਰਗ ਦੁਆਰਾ ਪਹੁੰਚਣ ਵਾਲੇ ਯਾਤਰੀਆਂ ਲਈ ਟੈਸਟਿੰਗ ਦਾ ਸਮਰਥਨ ਕਰੇਗਾ। ਲਾਜ਼ਮੀ ਟੈਸਟਿੰਗ ਬਿਨਾਂ ਕਿਸੇ ਬਦਲਾਅ ਦੇ ਐਂਟਰੀ ਦੇ ਲੈਂਡ ਬਾਰਡਰ ਪੁਆਇੰਟਾਂ ਤੇ ਜਾਰੀ ਰਹੇਗੀ। ਹਵਾਈ ਯਾਤਰੀ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਹੈ ਨੂੰ 15 ਮਿੰਟ ਦੇ ਅੰਦਰ ਆਪਣੀ ਕਸਟਮ ਘੋਸ਼ਣਾ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ। ਇੱਕ ਈਮੇਲ ਸੂਚਨਾ ਪ੍ਰਾਪਤ ਕੀਤੀ ਜਾਵੇਗੀ। ਈਮੇਲ ਵਿੱਚ ਉਹਨਾਂ ਦੇ ਖੇਤਰ ਵਿੱਚ ਇੱਕ ਟੈਸਟ ਪ੍ਰਦਾਤਾ ਨਾਲ ਉਹਨਾਂ ਦੀ ਜਾਂਚ ਦਾ ਪ੍ਰਬੰਧ ਕਰਨ ਵਿੱਚ ਮਦਦ ਲਈ ਜਾਣਕਾਰੀ ਹੋਵੇਗੀ। ਟੀਕਾਕਰਨ ਨਾ ਕੀਤੇ ਯਾਤਰੀ ਆਪਣੇ ਸਟੋਰਾਂ ਜਾਂ ਚੋਣਵੇਂ ਫਾਰਮੇਸੀਆਂ ਤੇ ਇੱਕ ਟੈਸਟਿੰਗ ਪ੍ਰਦਾਤਾ ਨਾਲ ਵਰਚੁਅਲ ਜਾਂ ਵਿਅਕਤੀਗਤ ਮੁਲਾਕਾਤ ਦੁਆਰਾ ਆਪਣੀ ਜਾਂਚ ਪੂਰੀ ਕਰ ਸਕਦੇ ਹਨ। ਕੈਨੇਡਾ ਪਹੁੰਚਣ ਤੋਂ ਪਹਿਲਾਂ 72 ਘੰਟਿਆਂ ਦੇ ਅੰਦਰ ਕੈਨੇਡਾ ਲਈ ਨਿਰਧਾਰਿਤ ਕਰੂਜ਼ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀ ਆਰਵੀਕਨ ਮੁਫਤ ਮੋਬਾਈਲ ਐਪ ਜਾਂ ਵੈਬਸਾਈਟ ਦੀ ਵਰਤੋਂ ਕਰਨਾ ਜ਼ਰੂਰੀ ਰੱਖਣਗੇ। ਨਿਊਜ਼ੀਲੈਂਡ ਵਿੱਚ ਕੋਵਿਡ-19 ਦਾ ਕਹਿਰ ਜਾਰੀ ਹੈ। ਨਿਊਜ਼ੀਲੈਂਡ ਵਿੱਚ 7,612 ਨਵੇਂ ਭਾਈਚਾਰਕ ਮਾਮਲੇ ਦਰਜ ਕੀਤੇ ਗਏ ਹਨ ਅਤੇ ਮਹਾਮਾਰੀ ਨਾਲ 22 ਹੋਰ ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਵਿੱਚ ਕਿਹਾ ਗਿਆ ਕਿ ਇਸ ਤੋਂ ਇਲਾਵਾ 363 ਕੋਵਿਡ-19 ਕੇਸ ਹਾਲ ਹੀ ਵਿੱਚ ਵਿਦੇਸ਼ ਯਾਤਰਾ ਕਰ ਚੁੱਕੇ ਹਨ। ਵਰਤਮਾਨ ਵਿੱਚ 797 ਕੋਵਿਡ-19 ਮਰੀਜ਼ਾਂ ਦਾ ਹਸਪਤਾਲਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ, ਜਿਸ ਵਿੱਚ 20 ਇੰਟੈਂਸਿਵ ਕੇਅਰ ਯੂਨਿਟਾਂ ਜਾਂ ਉੱਚ ਨਿਰਭਰਤਾ ਯੂਨਿਟਾਂ ਵਿੱਚ ਸ਼ਾਮਿਲ ਹਨ। 2020 ਦੇ ਸ਼ੁਰੂ ਵਿੱਚ ਦੇਸ਼ ਵਿੱਚ ਮਹਾਮਾਰੀ ਦੇ ਆਉਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੋਵਿਡ-19 ਦੇ 14,98,402 ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ। ਇਟਲੀ ਵਿੱਚ 에ਅਰਲਾਈਨਸ ਕਰਮਚਾਰੀਆਂ ਦੀ ਹੜਤਾਲ ਕਾਰਨ ਘੱਟੋ-ਘੱਟ 400 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਰੀਏਰੇ ਡੇਲਾ ਸੇਰਾ ਅਖਬਾਰ ਦੇ ਅਨੁਸਾਰ ਰਿਆਨੇਅਰ, ਵੋਲਟੀਆ, ਈਜ਼ੀਜੈਟ ਅਤੇ ਮਾਲਟਾ 에ਅਰ ਸਟਾਫ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਸਥਾਨਕ ਸਮੇਂ ਤੱਕ ਹੜਤਾਲ ਤੇ ਰਹਿਣਗੇ। ਇਤਾਲਵੀ 에ਅਰਲਾਈਨ ਈਟਾ 에ਅਰਵੇਜ਼ ਨੇ ਵੀ ਘੋਸ਼ਣਾ ਕੀਤੀ ਹੈ ਕਿ ਉਹ 122 ਉਡਾਨਾਂ ਨੂੰ ਰੱਦ ਕਰ ਦੇਵੇਗੀ, ਜੋ ਕਿ ਐਤਵਾਰ ਨੂੰ ਇਸ ਦੀਆਂ ਕੁੱਲ ਉਡਾਨਾਂ ਦੀ 40% ਬਣਦੀ ਹੈ।
ਟ੍ਰੇਡ ਯੂਨੀਅਨਾਂ ਦੇ ਬਿਆਨ ਦੇ ਅਨੁਸਾਰ ਉਦਯੋਗਿਕ ਕਾਰਵਾਈ ਨੂੰ ਇਟਾਲੀਅਨ 에ਅਰ ਨੈਵੀਗੇਸ਼ਨ ਸਰਵਿਸ ਪ੍ਰੋਵਾਈਡਰ ਦੇ 에ਅਰ ਟ੍ਰੈਫਿਕ ਕੰਟਰੋਲਰਾਂ ਦੁਆਰਾ ਸਮਰਥਨ ਕੀਤਾ ਜਾਵੇਗਾ। ਹੜਤਾਲ ਨਾਲ ਕੁੱਲ ਮਿਲਾ ਕੇ ਲਗਭਗ 68,000 ਯਾਤਰੀ ਪ੍ਰਭਾਵਿਤ ਹੋਣਗੇ। ਇਹ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਸੀ ਜੇਕਰ ਹੜਤਾਲ ਦੇ ਅਧਿਕਾਰ ਦੀ ਗਾਰੰਟੀ ਨੂੰ ਨਿਯੰਤਰਿਤ ਕਰਨ ਵਾਲੀ ਸਰਕਾਰੀ ਏਜੰਸੀ ਕੰਪਨੀਆਂ ਨੂੰ ਉਦਯੋਗਿਕ ਕਾਰਵਾਈ ਦੀ ਮਿਆਦ 24 ਘੰਟਿਆਂ ਤੋਂ ਘਟਾਉਣ ਲਈ ਮਨਾਉਣ ਵਿੱਚ ਸਫਲ ਨਾ ਹੁੰਦੀ। ਸਿਰਫ 4 ਘੰਟਿਆਂ ਲਈ ਕੋਰੀਏਰਾ ਡੇਲਾ ਸੇਰਾ ਨੇ ਨੋਟ ਕੀਤਾ। ਹੜਤਾਲੀ ਮਜ਼ਦੂਰਾਂ ਨੇ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਅਤੇ ਵੱਧ ਤਨਖਾਹਾਂ ਦੀ ਮੰਗ ਕੀਤੀ ਹੈ। ਪਿਛਲੀ ਹੜਤਾਲ 8 ਜੂਨ ਅਤੇ 25 ਜੂਨ ਨੂੰ ਕੀਤੀ ਗਈ ਸੀ। ਹੰਗਾਮੀ ਹਾਲਤ ਵਿੱਚ ਜਿਸ ਤਰ੍ਹਾਂ ਲੋਕ 911 ਨੰਬਰ ਤੇ ਫੋਨ ਕਰਦੇ ਹਨ, ਬਿਲਕੁਲ ਇਸੇ ਤਰਜ਼ ਤੇ ਖੁਦਕੁਸ਼ੀਆਂ ਰੋਕਣ ਲਈ ਨੈਸ਼ਨਲ ਸੁਇਸਾਈਡ ਪ੍ਰੀਵੈਂਸ਼ਨ ਲਾਈਫਲਾਈਨ ਨੰਬਰ 988 ਅਗਲੇ ਹਫ਼ਤੇ ਪੂਰੇ ਅਮਰੀਕਾ ਵਿੱਚ ਸ਼ੁਰੂ ਹੋ ਜਾਵੇਗਾ। ਇਹ ਫੋਨ ਨੰਬਰ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਅਮਰੀਕੀਆਂ ਲਈ ਰਾਹਤ ਦਾ ਸਬਬ ਬਣ ਸਕਦਾ ਹੈ। ਨੈਸ਼ਨਲ ਐਕਸ਼ਨ ਅਲਾਇੰਸ ਫਾਰ ਸੁਇਸਾਈਡ ਪ੍ਰੀਵੈਂਸ਼ਨ ਦੇ ਬੁਲਾਰੇ ਮੌਰਿਨ ਇਸਲਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਸੰਕਟ ਲਾਈਨ ਸੇਵਾਵਾਂ ਦੇ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਮਾਨਸਿਕ ਉਲਝਣਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕੋਈ ਵਿਵਸਥਾ ਬਣਾਉਣ ਬਾਰੇ ਕੰਮ ਕੀਤਾ ਜਾ ਰਿਹਾ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਲਾਈਫਲਾਈਨ ਨੰਬਰ ਦੇ ਸ਼ੁਰੂ ਹੋਣ ਨਾਲ ਲੋੜਵੰਦ ਲੋਕਾਂ ਨੂੰ ਅਤ ਲੋੜੀਂਦੀਆਂ ਸੇਵਾਵਾਂ ਮਿਲਣਗੀਆਂ ਤੇ ਇਹ ਲੋਕਾਂ ਦੀ ਪਹੁੰਚ ਵਿੱਚ ਹੋਣਗੀਆਂ। ਕੋਈ ਵੀ ਵਿਅਕਤੀ ਜੋ 988 ਨੰਬਰ ਤੇ ਫੋਨ ਕਰੇਗਾ ਤਾਂ ਉਹ ਸਥਾਨਕ ਦਿਮਾਗੀ ਸਿਹਤ ਪੇਸ਼ਾਵਰ ਜਾਂ ਖੇਤਰੀ ਸੰਕਟ ਸੈਂਟਰ ਨਾਲ ਜੁੜ ਜਾਵੇਗਾ। ਜੇਕਰ ਤੁਹਾਡਾ ਸਥਾਨਕ ਸੈਂਟਰ ਕਿਸੇ ਕਾਰਨ ਫੋਨ ਨਹੀਂ ਚੁੱਕਦਾ ਤਾਂ ਇਸ ਦੀ ਭਰਪਾਈ ਲਈ ਨੈਸ਼ਨਲ ਸਟੋਰ ਫੋਨ ਉਠਾਉਣਗੇ ਤੇ ਉੱਥੇ ਸਿਹਤ ਮਾਹਿਰ ਤੁਹਾਡੀਆਂ ਸਮੱਸਿਆਵਾਂ ਨੂੰ ਸੁਣਨਗੇ ਤੇ ਉਸ ਦਾ ਹੱਲ ਦੱਸਣਗੇ। ਇਸ ਦੇ ਨਾਲ ਹੀ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਰਾਜ ਅਤੇ ਇਹ ਸੇਵਾ ਜਾਰੀ ਕਰਨ ਲਈ ਤਿਆਰ ਨਹੀਂ ਹਨ ਤੇ ਇਹ ਸੇਵਾਵਾਂ ਵੱਡੀ ਪੱਧਰ ਉੱਪਰ ਮੁਹੱਈਆ ਕਰਵਾਉਣ ਲਈ ਅਜੇ ਕੁਝ ਸਮਾਂ ਲੱਗ ਸਕਦਾ ਹੈ। ਲਾਰੀਮਲ ਕਾਉਂਟੀ ਵਿੱਚ ਆਏ ਹੜ੍ਹ ਦੀ ਲਪੇਟ ਵਿੱਚ ਆ ਕੇ 2 ਵਿਅਕਤੀਆਂ ਦੀ ਮੌਤ ਹੋ ਗਈ। ਸ਼ੈਰਿਫ ਦੇ ਦਫ਼ਤਰ ਅਨੁਸਾਰ ਗਲੇਨ ਹੈਵਨ ਖੇਤਰ ਵਿੱਚ ਦਰਮਿਆਨਾ ਜਦਕਿ ਕ੍ਰਿਸਟਲ ਪਹਾੜੀ ਤੇ ਬੁਕ ਹੌਰਨ ਖੇਤਰ ਵਿੱਚ ਜ਼ੋਰਦਾਰ ਹੜ੍ਹ ਆਇਆ ਜਿਸ ਵਿੱਚ ਕੁਝ ਪੁਲ ਤੇ ਸੜਕਾਂ ਦੇ ਹਿੱਸੇ ਵਹਿ ਗਏ। ਸ਼ੈਰਿਫ ਦਫ਼ਤਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇੱਕ ਬਾਲਗ ਲੜਕੀ ਤੇ ਇੱਕ ਹੋਰ ਔਰਤ ਹੜ੍ਹ ਦੇ ਪਾਣੀ ਵਿੱਚ ਵਹਿ ਗਈਆਂ ਜਿਨ੍ਹਾਂ ਦੀਆਂ ਲਾਸ਼ਾਂ ਲੱਭ ਲਈਆਂ ਹਨ। ਇੱਕ ਘਰ ਦੀ ਹੜ੍ਹ ਦੇ ਪਾਣੀ ਨਾਲ ਤਬਾਹ ਹੋ ਗਿਆ। ਅਜੇ ਤੱਕ ਹੋਰ ਜਾਨੀ ਜਾਂ ਕੋਈ ਮਾਲੀ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ। USA ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਟੈਕਸਾਸ ਵਿੱਚ ਤਕਰੀਬਨ 36 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਬਾਜ਼ਾਰੀ ਕੀਮਤ $6,90,000 ਤੋਂ ਵੱਧ ਬਣਦੀ ਹੈ। US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸਰਹੱਦੀ ਗਸ਼ਤੀ ਅਫਸਰਾਂ ਨੇ ਇੱਕ ਟਰੈਕਟਰ ਟ੍ਰੇਲਰ ਵਿੱਚ ਲੁਕਾ ਕੇ ਰੱਖੇ ਗਏ 32 ਪੈਕੇਟ ਕੋਕੀਨ ਦੇ ਬਰਾਮਦ ਕੀਤੇ ਹਨ। ਪੋਰਟ ਡਾਇਰੈਕਟਰ ਐਲਬਰਟੋ ਫਲੋਰੈਸ ਅਨੁਸਾਰ ਪਾਬੰਦੀਸ਼ੁਦਾ ਡਰੱਗ ਦੀ ਵਪਾਰਕ ਸਪਲਾਈ ਲੜੀ ਰਾਹੀਂ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਵੱਧ ਗਈਆਂ ਹਨ। ਉਹਨਾਂ ਕਿਹਾ ਕਿ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਇੱਕ ਟਰੈਕਟਰ ਟ੍ਰੇਲਰ ਨੂੰ ਰੋਕਿਆ ਜੋ 에ਅਰ ਕੰਡੀਸ਼ਨਰਾਂ ਦੇ ਹਿੱਸੇ ਪੁਰਜ਼ੇ ਲੈ ਕੇ ਮੈਕਸੀਕੋ ਤੋਂ ਆਇਆ ਸੀ। ਸ਼ੱਕ ਪੈਣ ਤੇ ਟਰੈਕਟਰ ਟ੍ਰੇਲਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਜਿਸ ਦੌਰਾਨ 32 ਪੈਕੇਟ ਕੋਕੇਨ ਦੇ ਬਰਾਮਦ ਹੋਏ ਜੋ ਟਰੈਕਟਰ ਟ੍ਰੇਲਰ ਸਮੇਤ ਜ਼ਬਤ ਕਰ ਲਏ ਗਏ। ਇੰਡੀਆਨਾ ਦੇ ਇੱਕ ਸ਼ਾਪਿੰਗ ਮਾਲ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹਨਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਤੇ ਨਾ ਹੀ ਮਾਰੇ ਗਏ ਵਿਅਕਤੀਆਂ ਦੇ ਨਾਂ ਨਸ਼ਰ ਕੀਤੇ ਗਏ ਹਨ। ਇਹ ਗੋਲੀਬਾਰੀ ਦੀ ਘਟਨਾ ਅਮਰੀਕੀ ਸਮੇਂ ਅਨੁਸਾਰ ਸ਼ਾਮ ਦੇ ਕਰੀਬ 6 ਵਜੇ ਫੂਡ ਕੋਰਟ ਗ੍ਰੀਨਵੁੱਡ ਇੰਡੀਆਨਾ ਵਿੱਚ ਵਾਪਰੀ। ਗੋਲੀਬਾਰੀ ਉਪਰੰਤ ਖਰੀਦਦਾਰੀ ਤੇ ਖਾਣ ਪੀਣ ਆਏ ਲੋਕਾਂ ਵਿੱਚ ਅਫਰਾ ਤਫਰੀ ਮਚ ਗਈ ਤੇ ਉਹ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ ਉੱਧਰ ਭੱਜ ਗਏ। ਗ੍ਰੀਨਵੁੱਡ ਪੁਲਿਸ ਵਿਭਾਗ ਦੇ ਮੁਖੀ ਜਿਮ ਲਸਨ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਅਣਪਛਾਤਾ ਹਮਲਾਵਰ ਵੀ ਮੌਕੇ ਤੇ ਮੌਜੂਦ ਇੱਕ ਸਮਾਰੀਅਨ ਵਿਅਕਤੀ ਵੱਲੋਂ ਚਲਾਈ ਗੋਲੀ ਨਾਲ ਮਾਰਿਆ ਗਿਆ। ਹਮਲਾਵਰ ਬਾਲਗ ਹੈ ਤੇ ਇਸ ਦੀ ਸ਼ਨਾਖਤ ਦੇ ਯਤਨ ਜਾਰੀ ਹਨ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਹਮਲਾਵਰ ਦਾ ਗੋਲੀਬਾਰੀ ਪਿੱਛੇ ਮਕਸਦ ਕੀ ਸੀ। ਅਮਰੀਕਾ ਵਿੱਚ ਉੱਤਰੀ ਲਾਸ ਵੇਗਸ ਹਵਾਈ ਅੱਡੇ ਤੇ ਅਸਮਾਨ ਵਿੱਚ 2 ਜਹਾਜ਼ਾਂ ਦੀ ਟੱਕਰ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਉੱਤਰੀ ਲਾਸ ਵੇਗਸ ਦੇ ਫਾਇਰ ਵਿਭਾਗ ਨੇ ਟਵੀਟ ਕੀਤਾ, ਐਤਵਾਰ ਦੁਪਹਿਰ 12 ਵਜੇ ਦੇ ਕਰੀਬ 2 ਜਹਾਜ਼ ਅਸਮਾਨ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ।
ਹਾਦਸੇ ਦੀ ਜਾਂਚ ਜਾਰੀ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪਾਈਪਰ PA-46 ਉਤਰਨ ਦੀ ਤਿਆਰੀ ਕਰ ਰਿਹਾ ਸੀ ਜਦੋਂ ਕਿ ਇਹ ਸੇਸਨਾ 172 ਨਾਲ ਟਕਰਾ ਗਿਆ। ਕੁਝ ਟੀਵੀ ਚੈਨਲਾਂ ਨੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪਾਈਪਰ ਰਨਵੇ 30 ਰਾਈਟ ਦੇ ਪੂਰਬ ਵਿੱਚ ਇੱਕ ਖੇਤਰ ਵਿੱਚ ਕ੍ਰੈਸ਼ ਹੋ ਗਿਆ ਅਤੇ ਸੇਸਨਾ ਇੱਕ ਤਲਾਬ ਵਿੱਚ ਡਿੱਗ ਗਿਆ। ਦੋਹਾਂ ਜਹਾਜ਼ਾਂ ਵਿੱਚ ਕਰਮਵਾਰ ਦੋ ਲੋਕ ਸਵਾਰ ਸਨ। ਕਲਾਰਕ ਕਾਉਂਟੀ ਡਿਪਾਰਟਮੈਂਟ ਆਫ ਐਵੀਏਸ਼ਨ ਨੇ ਕਿਹਾ ਕਿ ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ। FAA ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹਾਦਸੇ ਦਾ ਕਾਰਨ ਕੀ ਹੈ। ਸੰਗਰੂਰ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਪੱਖੀ ਆਗੂ ਸਿਮਰਨਜੀਤ ਸਿੰਘ ਮਾਨ ਨੇ ਸੋਮਵਾਰ ਨੂੰ ਅਹੁਦੇ ਦੀ ਸਹੁੰ ਚੁੱਕਦੇ ਹੋਏ ਸੰਵਿਧਾਨ ਵਿੱਚ ਵਿਸ਼ਵਾਸ ਜਤਾਇਆ ਹੈ। ਮਾਨ ਨੇ ਸਪੀਕਰ ਓਮ ਬਿਰਲਾ ਨਾਲ ਉਹਨਾਂ ਦੇ ਚੈਂਬਰ ਵਿੱਚ ਮੁਲਾਕਾਤ ਕੀਤੀ ਅਤੇ ਸਪੀਕਰ ਦੇ ਦਫ਼ਤਰ ਵਿੱਚ ਸਹੁੰ ਚੁੱਕੀ। ਪੰਜਾਬੀ ਵਿੱਚ ਸਹੁੰ ਚੁੱਕਦਿਆਂ ਮਾਨ ਨੇ ਕਿਹਾ, ਮੈਂ ਭਾਰਤੀ ਸੰਵਿਧਾਨ ਵਿੱਚ ਵਿਸ਼ਵਾਸ ਦੀ ਪੁਸ਼ਟੀ ਕਰਦਾ ਹਾਂ। ਮਾਨ ਨੇ ਸੰਗਰੂਰ ਦੀ ਬਿਹਤਰੀ ਲਈ ਕੰਮ ਕਰਨ ਦਾ ਵਾਅਦਾ ਵੀ ਕੀਤਾ। ਸੰਸਦ ਮੈਂਬਰ ਮਾਨ ਜਿਹੜੇ ਕਿ ਹਰ ਸਮੇਂ ਕਿਰਪਾਨ ਆਪਣੇ ਕੋਲ ਰੱਖਦੇ ਹਨ ਅਤੇ ਜਿਸ ਨੂੰ ਉਹ ਪਹਿਲਾਂ ਪਾਰਲੀਮੈਂਟ ਵਿੱਚ ਲੈ ਕੇ ਜਾਣ ਲਈ ਕਹਿੰਦੇ ਸਨ, ਇਸ ਵਾਰ ਉਹਨਾਂ ਕੋਲ ਨਹੀਂ ਸੀ। 3 ਵਾਰ ਸੰਸਦ ਮੈਂਬਰ ਰਹੇ ਮਾਨ ਨੇ 1999 ਵਿੱਚ ਵੀ ਸੰਗਰੂਰ ਦੀ ਨੁਮਾਇੰਦਗੀ ਕੀਤੀ ਸੀ। ਭਾਰਤ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਸੋਮਵਾਰ ਨੂੰ ਕਰੀਬ 4800 ਚੁਣੇ ਹੋਏ ਸੰਸਦ ਮੈਂਬਰ ਅਤੇ ਵਿਧਾਇਕਾਂ ਨੇ ਆਪਣੀ ਵੋਟ ਪਾਈ। NDA ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵਿਰੋਧੀ ਧੁਰ ਦੇ ਯਸ਼ਵੰਤ ਸਿਨਹਾ ਦੇ ਮੁਕਾਬਲੇ ਸਪਸ਼ਟ ਬੜਤ ਮਿਲਦੀ ਦਿਖਾਈ ਦਿੱਤੀ ਹੈ ਕਿਉਂਕਿ 60% ਤੋਂ ਜ਼ਿਆਦਾ ਵੋਟਾਂ ਮੁਰਮੂ ਦੇ ਹੱਕ ਵਿੱਚ ਭੁਗਤਣ ਦੀ ਸੰਭਾਵਨਾ ਸੀ। ਇਹ ਵੋਟਾਂ ਰਾਸ਼ਟਰਪਤੀ ਭਵਨ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪਾਈਆਂ ਅਤੇ ਇਸ ਲਈ ਬੈਲਟ ਬਾਕਸ ਪਹਿਲਾਂ ਹੀ ਨਿਰਧਾਰਿਤ ਸਥਾਨਾਂ ਤੇ ਪੁੱਜ ਚੁੱਕੇ ਸਨ। ਵੋਟਾਂ ਦੀ ਗਿਣਤੀ ਸੰਸਦ ਭਵਨ ਵਿਖੇ 21 ਜੁਲਾਈ ਨੂੰ ਹੋਵੇਗੀ ਅਤੇ ਅਗਲੇ ਰਾਸ਼ਟਰਪਤੀ 25 ਜੁਲਾਈ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਬੀਜਦ, YSRCP, ਬਸਪਾ, ਅੰਨਾ ਦ੍ਰੁਮਕ, ਤੇਦੇਪਾ, ਜਦ ਐਸ, ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ ਅਤੇ ਝਾਮੂਮੋ ਵਰਗੀਆਂ ਖੇਤਰੀ ਪਾਰਟੀਆਂ ਦੇ ਸਮਰਥਨ ਨਾਲ ਮੁਰਮੂ ਦਾ ਵੋਟ ਸ਼ੇਅਰ 2/3 ਤੱਕ ਪੁੱਜਣ ਦੀ ਸੰਭਾਵਨਾ ਸੀ ਅਤੇ ਮੁਰਮੂ ਕਬਾਇਲੀ ਭਾਈਚਾਰੇ 'ਚੋਂ ਰਾਸ਼ਟਰਪਤੀ ਦੇ ਅਹੁਦੇ ਤੇ ਪੁੱਜਣ ਵਾਲੀ ਪਹਿਲੀ ਔਰਤ ਬਣਨ ਵਾਲੀ ਹੈ। NDA ਦੀ ਉਮੀਦਵਾਰ ਕੋਲ ਕੁੱਲ 10,86,431 ਵੋਟਾਂ 'ਚੋਂ ਵੱਖ-ਵੱਖ ਖੇਤਰੀ ਪਾਰਟੀਆਂ ਦੇ ਸਮਰਥਨ ਦੇ ਬਾਅਦ 6.67 ਲੱਖ ਤੋਂ ਜ਼ਿਆਦਾ ਵੋਟਾਂ ਸਨ। ਅਨੁਪਾਤ ਪ੍ਰਤੀਨਿਧਤਾ ਪ੍ਰਣਾਲੀ ਜ਼ਰੀਏ ਰਾਸ਼ਟਰਪਤੀ ਦੀ ਚੋਣ ਕਰਨ ਵਾਲੇ ਚੋਣ ਮੰਡਲ ਵਿੱਚ ਚੁਣੇ ਗਏ ਸੰਸਦ ਮੈਂਬਰ ਅਤੇ ਰਾਜ ਵਿਧਾਨ ਸਭਾਵਾਂ ਦੇ ਮੈਂਬਰ ਸ਼ਾਮਿਲ ਹੁੰਦੇ ਹਨ। ਨਾਮਜ਼ਦ ਸੰਸਦ ਮੈਂਬਰ ਅਤੇ ਵਿਧਾਇਕ ਅਤੇ ਵਿਧਾਨ ਪਰਿਸ਼ਦ ਦੇ ਮੈਂਬਰ ਇਸ ਚੋਣ ਵਿੱਚ ਵੋਟ ਪਾਉਣ ਦੇ ਹੱਕਦਾਰ ਨਹੀਂ ਹੁੰਦੇ। ਗੁਪਤ ਮਤਦਾਨ ਪ੍ਰਣਾਲੀ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਪਾਰਟੀਆਂ VOTING ਦੇ ਸਬੰਧ ਵਿੱਚ ਆਪਣੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਵੋਟਾਂ ਜਾਰੀ ਨਹੀਂ ਕਰ ਸਕਦੀਆਂ। ਵਿਰੋਧੀ ਧਿਰਾਂ ਦੇ ਐਤਵਾਰ ਨੂੰ ਰਾਜਸਥਾਨ ਦੀ ਸਾਬਕਾ ਰਾਜਪਾਲ ਮਾਰਗਰੇਟ ਅਲਵਾ ਨੂੰ ਉਪ ਰਾਸ਼ਟਰਪਤੀ ਦੀ ਚੋਣ ਲਈ ਆਪਣੇ ਸੰਯੁਕਤ ਉਮੀਦਵਾਰ ਦੇ ਰੂਪ ਵਿੱਚ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ। ਅਲਵਾ ਮੰਗਲਵਾਰ 19 ਜੁਲਾਈ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰੇਗੀ ਜੋ ਕਿ 6 ਅਗਸਤ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਾਰੀਖ ਹੈ। NDA ਨੇ ਉਪ ਰਾਸ਼ਟਰਪਤੀ ਅਹੁਦੇ ਲਈ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਆਪਣਾ ਸੰਯੁਕਤ ਉਮੀਦਵਾਰ ਬਣਾਇਆ ਹੈ। ਅਲਵਾ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ NCP ਦੇ ਮੁਖੀ ਸ਼ਰਦ ਪਵਾਰ ਦੀ ਰਿਹਾਇਸ਼ ਤੇ 17 ਪਾਰਟੀਆਂ ਦੇ ਵਿਰੋਧੀ ਨੇਤਾਵਾਂ ਦੀ ਬੈਠਕ ਵਿੱਚ ਲਿਆ ਗਿਆ। ਪਵਾਰ ਨੇ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਅਸੀਂ ਸਰਵਸੰਮਤੀ ਨਾਲ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸੰਯੁਕਤ ਉਮੀਦਵਾਰ ਦੇ ਤੌਰ ਤੇ ਮਾਰਗਰੇਟ ਅਲਵਾ ਨੂੰ ਉਤਾਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਸਾਡੀ ਸਮੂਹਿਕ ਤੌਰ ਤੇ ਸੋਚ ਹੈ ਕਿ ਅਲਵਾ ਮੰਗਲਵਾਰ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰੇਗੀ। ਉਹਨਾਂ ਕਿਹਾ ਕਿ ਕੁੱਲ 17 ਪਾਰਟੀਆਂ ਨੇ ਸਰਬਸੰਮਤੀ ਨਾਲ ਉਹਨਾਂ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ ਅਤੇ ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਉਹ ਕੁੱਲ 19 ਪਾਰਟੀਆਂ ਦੀ ਸੰਯੁਕਤ ਉਮੀਦਵਾਰ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਮਮਤਾ ਬੈਨਰਜੀ ਅਤੇ ਅਰਵਿੰਦ ਕੇਜਰੀਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਅੱਗੇ ਕਿਹਾ ਕਿ ਇਸ ਚੋਣ ਵਿੱਚ ਝਾਮੂਮੋ ਵੀ ਵਿਰੋਧੀ ਧਿਰ ਦੇ ਨਾਲ ਸ਼ਾਮਿਲ ਹੈ। ਸ਼ਿਵ ਸੈਨਾ ਦੇ ਸੰਜੇ ਰਾਉਤ ਨੇ ਕਿਹਾ ਕਿ ਇਸ ਚੋਣ ਵਿੱਚ ਅਸੀਂ ਸਾਰੇ ਇਕੱਠੇ ਹਾਂ। ਅਮਰੀਕਾ ਦੇ ਚੋਟੀ ਦੇ ਸਿਹਤ ਅਧਿਕਾਰੀ ਡਾਕਟਰ ਐਂਥਨੀ ਫੌਸੀ ਨੇ ਕਿਹਾ ਕਿ ਮੰਕੀਪਾਕਸ ਦੇ ਪ੍ਰਕੋਪ ਨੂੰ ਰੋਕਣ ਲਈ ਹੋਰ ਸਖਤੀ ਵਰਤਣ ਦੀ ਲੋੜ ਹੈ। CNN ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
CNN ਨੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ਨਸ ਡਿਜ਼ੀਜ਼ ਦੇ ਡਾਇਰੈਕਟਰ ਅਤੇ ਪ੍ਰਧਾਨ ਜੋ ਬਾਈਡਨ ਦੇ ਮੁੱਖ ਡਾਕਟਰੀ ਸਲਾਹਕਾਰ ਡਾਕਟਰ ਫੋਸੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੰਕੀ ਪਾਕਸ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਅਸੀਂ ਅਜੇ ਇਸ ਦੀ ਹੱਦ ਬਾਰੇ ਜ਼ਿਆਦਾ ਨਹੀਂ ਜਾਣਦੇ ਹਾਂ। ਇਸ ਲਈ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਅਨੁਸਾਰ ਅਮਰੀਕਾ ਵਿੱਚ ਬਹੁਤ ਸਾਰੇ ਲੋਕ ਮੰਕੀ ਪਾਕਸ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਤੋਂ ਇਲਾਵਾ ਨਿਊਯਾਰਕ, ਕੈਲੀਫੋਰਨੀਆ, ਇਲੀਨੋਇਸ ਅਤੇ ਫਲੋਰੀਡਾ ਵਿੱਚ ਮੰਕੀ ਪਾਕਸ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਤੱਕ ਦੇਸ਼ ਵਿੱਚ ਘੱਟੋ-ਘੱਟ 1814 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਉਹਨਾਂ ਕਿਹਾ ਕਿ ਮੰਕੀ ਪਾਕਸ ਵਾਇਰਸ ਨਾਲ ਗ੍ਰਸਤ ਵਿਅਕਤੀ ਨੂੰ ਜਲਦੀ ਤੋਂ ਜਲਦੀ ਇਸ ਦੀ ਖੁਰਾਕ ਦੀ ਜ਼ਰੂਰਤ ਹੈ। ਦੂਜੇ ਦੇਸ਼ਾਂ ਵਿੱਚ ਖਤਰਨਾਕ ਹਾਲਤ ਪੈਦਾ ਹੋ ਰਹੇ ਨੇ, ਜਿਸ ਕਾਰਨ ਸਾਡੇ ਲਈ ਆਪਣੇ ਅਤੇ ਹੋਰ ਲੋਕਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਚਾਓ ਲਈ ਖੁਰਾਕ ਵਿੱਚ ਵਾਧਾ ਕੀਤਾ ਗਿਆ ਹੈ। ਸ਼੍ਰੀਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੇ 20 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਦੇਸ਼ ਵਿੱਚ ਸਿਆਸੀ ਸੰਕਟ ਅਤੇ ਹਫੜਾ ਤਫੜੀ ਦਰਮਿਆਨ ਗੋਟਾਬਾਇਆ ਰਾਜਪਕਸ਼ੇ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਦੋਂ ਤੋਂ ਇਹ ਅਹੁਦਾ ਖਾਲੀ ਹੈ। ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰਦੇ ਹੋਏ 17 ਜੁਲਾਈ ਨੂੰ ਇੱਕ ਸਰਕਾਰੀ ਆਦੇਸ਼ ਸੋਮਵਾਰ ਸਵੇਰੇ ਜਾਰੀ ਕੀਤਾ ਗਿਆ ਸੀ। ਦੇਸ਼ ਦੀ 225 ਮੈਂਬਰੀ ਸੰਸਦ ਵਿੱਚ 2 ਦਿਨ ਬਾਅਦ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ। ਮਹੱਤਵਪੂਰਨ ਗੱਲ ਇਹ ਹੈ ਕਿ ਪਬਲਿਕ ਸੇਫਟੀ ਆਰਡੀਨੈਂਸ ਦੇ ਭਾਗ 2 ਦੇ ਤਹਿਤ ਰਾਸ਼ਟਰਪਤੀ ਕੋਲ ਐਮਰਜੈਂਸੀ ਲਗਾਉਣ ਦੀ ਸ਼ਕਤੀ ਹੈ। ਆਰਡੀਨੈਂਸ ਦਾ ਇਹ ਹਿੱਸਾ ਦੱਸਦਾ ਹੈ ਕਿ ਜੇ ਰਾਸ਼ਟਰਪਤੀ ਦਾ ਵਿਵਹਾਰ ਹੈ ਕਿ ਪੁਲਿਸ ਸਥਿਤੀ ਨੂੰ ਸੰਭਾਲਣ ਲਈ ਅਸਫਲ ਰਹੀ ਹੈ ਤਾਂ ਉਹ ਹਥਿਆਰਬੰਦ ਬਲਾਂ ਨੂੰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਕਹਿਣ ਦਾ ਆਦੇਸ਼ ਜਾਰੀ ਕਰ ਸਕਦੇ ਹਨ। ਸੁਰੱਖਿਆ ਬਲਾਂ ਨੂੰ ਛਾਪੇਮਾਰੀ ਕਰਨ, ਗ੍ਰਿਫਤਾਰ ਕਰਨ, ਜ਼ਬਤ ਕਰਨ, ਹਥਿਆਰਾਂ ਅਤੇ ਵਿਸਫੋਟਕਾਂ ਨੂੰ ਹਟਾਉਣ ਅਤੇ ਕਿਸੇ ਵੀ ਵਿਅਕਤੀ ਦੀ ਰਿਹਾਇਸ਼ ਵਿੱਚ ਦਾਖਲ ਹੋਣ ਅਤੇ ਉਸ ਦੀ ਤਲਾਸ਼ੀ ਲੈਣ ਦੀ ਸ਼ਕਤੀ ਹੈ। ਰਾਜਪਕਸ਼ੇ ਇਸ ਸਮੇਂ ਸਿੰਗਾਪੁਰ ਵਿੱਚ ਹਨ। ਹਵਾਬਾਜ਼ੀ ਰੈਗੂਲੇਟਰ DGCA ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ 에ਅਰ ਇੰਡੀਆ ਐਕਸਪ੍ਰੈਸ ਦੀ ਬਹਿਰੀਨ ਕੋਚੀ ਉਡਾਨ ਦੇ ਕਾਕਪਿਟ ਵਿੱਚ 15 ਜੁਲਾਈ ਨੂੰ ਇੱਕ ਜ਼ਿੰਦਾ ਪੰਛੀ ਮਿਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਜਹਾਜ਼ 37,000 ਫੁੱਟ ਦੀ ਉਚਾਈ ਤੇ ਸੀ ਤਾਂ ਇਹ ਪੰਛੀ ਸਹਿ ਪਾਇਲਟ ਦੇ ਦਸਤਾਨਿਆਂ ਵਾਲੇ ਡੱਬੇ ਵਿੱਚ ਪਾਇਆ ਗਿਆ। ਉਹਨਾਂ ਦੱਸਿਆ ਕਿ ਜਹਾਜ਼ ਨੂੰ ਕੋਚੀ ਵਿੱਚ ਸੁਰੱਖਿਅਤ ਉਤਾਰ ਲਿਆ ਗਿਆ ਹੈ। ਅਧਿਕਾਰੀਆਂ ਨੇ ਘਟਨਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਕਿਸੇ ਵਿਦੇਸ਼ੀ ਸਟੇਸ਼ਨ ਤੇ ਜ਼ਮੀਨੀ ਪ੍ਰਬੰਧਨ ਵਿੱਚ ਕੋਈ ਗੜਬੜੀ ਹੋਈ ਹੈ। ਇੱਕ ਹੋਰ ਘਟਨਾ ਵਿੱਚ 에ਅਰ ਇੰਡੀਆ ਐਕਸਪ੍ਰੈਸ ਦੀ ਕਾਲੀਕਟ ਦੁਬਈ ਉਡਾਨ ਨੂੰ 16 ਜੁਲਾਈ ਨੂੰ ਹੰਗਾਮੀ ਹਾਲਤ ਵਿੱਚ ਮਸਕਟ ਉਤਾਰਿਆ ਗਿਆ ਸੀ ਕਿਉਂਕਿ ਕੈਬਿਨ ਦੇ ਵਿਚਕਾਰ ਹਵਾ ਵਿੱਚ ਸੜਨ ਦੀ ਬੂ ਮਹਿਸੂਸ ਕੀਤੀ ਗਈ ਸੀ। ਬ੍ਰਿਟੇਨ ਵਿੱਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਕਰੀਬ ਅੱਧੇ ਸਮਰਥਕਾਂ ਦਾ ਮੰਨਣਾ ਹੈ ਕਿ ਰਿਸ਼ੀ ਸੁਨਕ ਇੱਕ ਚੰਗੇ ਪ੍ਰਧਾਨ ਮੰਤਰੀ ਹੋਣਗੇ। ਐਤਵਾਰ ਨੂੰ ਇੱਕ ਨਵੇਂ ਓਪੀਨੀਅਨ ਪੋਲ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਦੀ ਸੰਡੇ ਟੈਲੀਗ੍ਰਾਫ ਦੀ ਇੱਕ ਖਬਰ ਮੁਤਾਬਿਕ JL ਪਾਰਟਨਰਸ ਵੱਲੋਂ ਕੀਤੇ ਗਏ ਓਪੀਨੀਅਨ ਪੋਲ ਵਿੱਚ 4400 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 2019 ਦੀਆਂ ਆਮ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕਰਨ ਵਾਲਿਆਂ ਵਿੱਚੋਂ 48% ਦਾ ਮੰਨਣਾ ਹੈ ਕਿ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਸੁਨਕ ਇੱਕ ਚੰਗੇ ਪ੍ਰਧਾਨ ਮੰਤਰੀ ਸਾਬਿਤ ਹੋਣਗੇ। ਇਹ ਪਹਿਲਾ ਸਰਵੇਖਣ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਵਿਦੇਸ਼ ਮੰਤਰੀ ਲਿਜ਼ ਟਰਸ ਨੂੰ ਦੂਜੇ ਸਥਾਨ ਤੇ ਰੱਖਿਆ ਗਿਆ ਹੈ। ਸਰਵੇਖਣ ਵਿੱਚ ਸ਼ਾਮਿਲ ਵਿਅਕਤੀਆਂ ਚੋਂ 39% ਨੇ ਪ੍ਰਧਾਨ ਮੰਤਰੀ ਅਹੁਦੇ ਲਈ ਟਰਸ ਦਾ ਅਤੇ 33% ਨੇ ਵਪਾਰ ਮੰਤਰੀ ਪੈਨੀ ਮੋਡਰੈਂਟ ਦਾ ਸਮਰਥਨ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੰਨੇ ਦਿਨੀ ਆਪਣੇ ਨਵੇਂ ਹੇਅਰ ਸਟਾਈਲ ਕਾਰਨ ਸੁਰਖੀਆਂ ਵਿੱਚ ਹਨ। ਸ਼ੁੱਕਰਵਾਰ ਨੂੰ 50 ਸਾਲਾ ਟਰੂਡੋ ਕਿਊਬਿਕ ਦੇ ਚੈਲਸੀ ਦੇ ਦੌਰੇ ਦੌਰਾਨ ਇੱਕ ਛੋਟੇ ਕੱਟ ਅਤੇ ਕਲੀਨ ਸ਼ੇਵ ਚਿਹਰੇ ਵਿੱਚ ਨਜ਼ਰ ਆਏ। ਇੱਥੇ ਉਹਨਾਂ ਨੇ ਬੱਚਿਆਂ ਨਾਲ ਗੱਲਬਾਤ ਕੀਤੀ। ਟਰੂਡੋ ਨੇ ਇਸ ਸਟਾਈਲ ਤੇ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਨੇ। ਕੈਨੇਡੀਅਨ ਪ੍ਰਧਾਨ ਮੰਤਰੀ ਦੀ ਦਿੱਖ ਦੀ ਡੰਬ ਐਂਡ ਡੰਬਰ ਵਿੱਚ ਜਿਮ ਕੈਰੀ ਦੇ ਹੇਅਰ ਸਟਾਈਲ ਨਾਲ ਤੁਲਨਾ ਕੀਤੀ ਜਾ ਰਹੀ ਹੈ। ਜਸਟਿਨ ਟਰੂਡੋ ਨੇ ਇਸ ਹਫ਼ਤੇ ਆਪਣਾ ਇੱਕ ਨਵਾਂ ਰੂਪ ਪੇਸ਼ ਕੀਤਾ। ਦੋਵਾਂ ਦੀ ਸਮਾਨਤਾ ਟਵਿੱਟਰ ਤੇ ਚਰਚਾ ਦਾ ਵਿਸ਼ਾ ਬਣ ਗਈ। ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਮੈਨੂੰ ਪਸੰਦ ਹੈ ਕਿ ਜਿਮ ਕੈਰੀ ਟਵਿੱਟਰ ਕੈਨੇਡਾ ਤੇ ਕਿਵੇਂ ਟ੍ਰੈਂਡ ਕਰ ਰਿਹਾ ਹੈ ਕਿਉਂਕਿ ਜਸਟਿਨ ਟਰੂਡੋ ਨੇ ਵਾਲ ਕਟਵਾਏ ਹਨ ਅਤੇ ਲੋਕ ਕਹਿ ਰਹੇ ਹਨ ਕਿ ਇਹ ਡੰਬ ਐਂਡ ਡੰਬਰ ਤੋਂ ਜਿਮ ਦੇ ਕਿਰਦਾਰ ਵਰਗਾ ਲੱਗਦਾ ਹੈ। ਇੱਕ ਹੋਰ ਉਪਭੋਗਤਾ ਨੇ ਲਿਖਿਆ ਕਿ LOL, ਮੈਂ ਹੈਰਾਨ ਸੀ ਕਿ ਡੰਬ ਐਂਡ ਡੰਬਰ ਅਤੇ ਜਿਮ ਕੈਰੀ ਕਿਉਂ ਰੁਝਾਨ ਵਿੱਚ ਸਨ।
ਬੀਤੇ ਦਿਨ ਅਮਰੀਕਾ ਦੇ ਸੂਬੇ ਇਲੀਨੋਇਸ 'ਚ ਹੋਏ ਮੁਕਾਬਲਿਆਂ ਵਿੱਚ ਪਹਿਲੀ ਭਾਰਤੀ ਅਮਰੀਕਨ ਰੂਪੀ ਕੌਰ ਨੇ ਮਿਸਿਸ ਇਲੀਨੋਇਸ ਦਾ ਮੁਕਾਬਲਾ ਜਿੱਤਿਆ ਅਤੇ ਉਸ ਨੂੰ 2022 ਦਾ ਤਾਜ ਪਹਿਨਾਇਆ ਗਿਆ। ਅਮਰੀਕਾ ਲਈ ਮੁਕਾਬਲਾ ਕਰਨ ਲਈ ਉਹ ਅਗਲੇ ਮਹੀਨੇ ਅਗਸਤ ਵਿੱਚ ਲਾਸ ਵੇਗਸ 'ਚ ਨੈਸ਼ਨਲ 'ਚ ਜਾਏਗੀ। ਰੂਪੀ ਕੌਰ 2002 ਤੋਂ ਅਮਰੀਕਾ ਵਿੱਚ ਹੈ ਅਤੇ ਉਸ ਦਾ ਪਿਛੋਕੜ ਪੰਜਾਬ ਦੇ ਨਾਲ ਹੈ। ਉਹ 2 ਬੱਚਿਆਂ ਦੀ ਮਾਂ ਹੈ ਅਤੇ ਸ਼ਿਕਾਗੋ ਵਿੱਚ ਰਹਿੰਦੀ ਹੈ। ਰੂਪੀ ਕੌਰ ਨੇ 2013 ਵਿੱਚ ਆਪਣੀ MBA 'ਚ ਪੜ੍ਹਾਈ ਪੂਰੀ ਕੀਤੀ। ਉਸ ਨੂੰ ਕੁਝ ਪ੍ਰਮੁੱਖ ਕਿਸਮਤ ਵਾਲੀਆਂ 500 ਕੰਪਨੀਆਂ ਵਿੱਚ ਕੰਮ ਕਰਨ ਦੇ ਮੌਕੇ ਮਿਲੇ ਹਨ ਅਤੇ ਵਰਤਮਾਨ ਵਿੱਚ ਕਾਰਪੋਰੇਟ ਵਿੱਚ ਕੰਮ ਕਰ ਰਹੀ ਹੈ। ਉਹ ਕੋਲਡਵੈਲ ਬੈਂਕਰ ਨਾਲ ਜੁੜੀ ਇੱਕ ਰੀਅਲ ਐਸਟੇਟ ਏਜੰਟ ਵੀ ਹੈ ਅਤੇ 2021 ਦੇ ਸ਼ੁਰੂ ਵਿੱਚ ਸ਼ਿਕਾਗੋ ਏਜੰਟ ਮੈਗਜ਼ੀਨ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ ਅਤੇ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਵੋਲੰਟੀਅਰ ਵੀ ਹੈ। ਉਸ ਦੇ ਸ਼ੌਕ ਯਾਤਰਾ ਕਰਨਾ, ਵੋਲੰਟੀਅਰ ਕੰਮ ਕਰਨਾ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਹੈ। ਉਹ ਫੈਸ਼ਨ ਸ਼ੋਜ਼ ਅਤੇ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਸ਼ੌਕ ਰੱਖਦੀ ਹੈ। ਉਸ ਦਾ ਪਲੇਟਫਾਰਮ ਮਹਿਲਾ ਸਸ਼ਕਤੀਕਰਨ ਹੈ ਅਤੇ ਇਲੀਨੋਇਸ ਅਮਰੀਕਨ ਦੇ ਰੂਪ ਦੇ ਵਿੱਚ ਉਸ ਦੇ ਰਾਜ ਦੌਰਾਨ ਉਹ ਆਪਣੇ ਭਾਈਚਾਰੇ ਅਤੇ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ ਆਪਣੀ ਵਿਰਾਸਤ ਨੂੰ ਜਾਰੀ ਰੱਖੇਗੀ। ਆਮ ਤੌਰ ਤੇ ਅਸਮਾਨ ਦਾ ਰੰਗ ਨੀਲਾ ਹੁੰਦਾ ਹੈ, ਪਰ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਅਸਮਾਨ ਗੁਲਾਬੀ ਦਿਖਾਈ ਦੇ ਰਿਹਾ ਹੈ। ਇਸ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਬਾਅਦ ਵਿੱਚ ਦੱਸਿਆ ਗਿਆ ਕਿ ਅਸਮਾਨ ਦਾ ਰੰਗ ਜਵਾਲਾਮੁਖੀ ਵਿਸਫੋਟ ਕਾਰਨ ਬਦਲਿਆ ਹੈ। ਅਸਲ ਵਿੱਚ ਪਿਛਲੇ ਹਫ਼ਤੇ ਐਂਟਾਰਕਟਿਕਾ ਦੇ ਅਸਮਾਨ ਨੂੰ ਨੀਲੇ ਦੀ ਬਜਾਏ ਗੁਲਾਬੀ ਰੰਗ ਵਿੱਚ ਦੇਖਿਆ ਗਿਆ। ਇਸ ਘਟਨਾ ਦੀਆਂ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਨੇ। ਅਸਮਾਨ ਦਾ ਇਹ ਰੰਗ ਬਹੁਤ ਹੈਰਾਨ ਕਰ ਦੇਣ ਵਾਲਾ ਸੀ, ਜਿਵੇਂ ਕਿਸੇ ਛਾਇਆ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੋਵੇ। ਹਾਲਾਂਕਿ ਇਹ ਇੱਕ ਦੁਰਲਭ ਘਟਨਾ ਹੈ, ਪਰ ਗੁਲਾਬੀ ਦਿਸਣ ਵਾਲਾ ਅਸਮਾਨ ਪੂਰੀ ਤਰ੍ਹਾਂ ਨਾਲ ਕੁਦਰਤੀ ਸੀ। ਗਾਰਡੀਅਨ ਦੀ ਰਿਪੋਰਟ ਮੁਤਾਬਿਕ ਜਵਾਲਾਮੁਖੀ ਧਮਾਕੇ ਦੇ ਬਾਅਦ ਸਲਫੇਟ ਕਣ ਸਮੁੰਦਰੀ ਲੂਣ ਅਤੇ ਪਾਣੀ ਦੀ ਤਾਪ ਨਾਲ ਬਣੇ ਐਰੋਸੋਲ ਹਵਾ ਵਿੱਚ ਘੁੰਮਦੇ ਹਨ। ਇਹ ਸੂਰਜ ਦੀ ਰੋਸ਼ਨੀ ਨੂੰ ਖਿਲਾਰਦੇ ਹਨ, ਜਿਸ ਕਾਰਨ ਅਸਮਾਨ ਵਿੱਚ ਗੁਲਾਬੀ, ਬੈਂਗਣੀ ਅਤੇ ਨੀਲੇ ਰੰਗ ਦੇ ਨਾਲ ਚਮਕ ਪੈਂਦੀ ਹੈ। ਇਸ ਲਈ ਐਂਟਾਰਕਟਿਕਾ ਵਿੱਚ ਅਸਮਾਨ ਗੁਲਾਬੀ ਰੰਗ ਦਾ ਦਿਸਿਆ। ਇਹ ਤਸਵੀਰਾਂ ਨਿਊਜ਼ੀਲੈਂਡ ਦੇ ਸਾਇੰਸ ਟੈਕਨੀਸ਼ੀਅਨ ਸਟੂਅਰਟ ਸ਼ਾਅ ਨੇ ਲਈਆਂ ਹਨ, ਜਿਨ੍ਹਾਂ ਨੂੰ ਸਕਾਟ ਬੇਸ ਤੇ ਸਰਦੀਆਂ ਲਈ ਤਾਇਨਾਤ ਕੀਤਾ ਗਿਆ ਸੀ। ਸਟੂਅਰਟ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਪੇਜ ਤੇ ਗੁਲਾਬੀ ਅਸਮਾਨ ਦੀਆਂ ਤਸਵੀਰਾਂ ਅਪਲੋਡ ਕੀਤੀਆਂ। ਉਹਨਾਂ ਨੇ ਇਸ ਦੇ ਕੈਪਸ਼ਨ ਵਿੱਚ ਲਿਖਿਆ ਕਿ ਮੰਨੋ ਜਾਂ ਨਾ ਮੰਨੋ, ਇਹਨਾਂ ਤਸਵੀਰਾਂ ਨੂੰ ਆਡਿਟ ਨਹੀਂ ਕੀਤਾ ਗਿਆ। ਇਹ ਅਵਿਸ਼ਵਾਸਯੋਗ ਹਨ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਚੀਨ ਦੇ ਝੋਊਸ਼ਾਨ ਸ਼ਹਿਰ ਦਾ ਅਸਮਾਨ ਗਾੜਾ ਲਾਲ ਹੋ ਗਿਆ ਸੀ। ਹਾਲ ਹੀ ਵਿੱਚ ਅਮਰੀਕਾ ਦੇ ਦੱਖਣੀ ਡਕੋਟਾ ਦੇ ਸਿਓਕਸ ਫਾਲਸ ਵਿੱਚ ਵੀ ਅਸਮਾਨ ਦਾ ਰੰਗ ਅਚਾਨਕ ਹਰਾ ਹੋ ਗਿਆ ਸੀ। ਨਿਊਜ਼ੀਲੈਂਡ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਟਰ ਐਂਡ ਐਟਮਸਫੇਰਿਕ ਰਿਸਰਚ ਲਈ ਇੱਕ ਪ੍ਰੈਸ ਬਿਆਨ ਵਿੱਚ ਇਸ ਘਟਨਾ ਦੀ ਵਿਆਖਿਆ ਕੀਤੀ ਗਈ ਹੈ। ਗੁਲਾਬੀ ਅਸਮਾਨ ਦੀ ਖੂਬਸੂਰਤੀ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਹਨ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।